ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਲਿਆਉਣ ਦੀ ਤਿਆਰੀ। ਕੇਂਦਰ ਨੇ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਹਲਫਨਾਮਾ, ਕਿਹਾ ਸੀ ਮਸਲੇ ਦੀ ਗੰਭੀਰਤਾ ਤੋਂ ਹਾਂ ਵਾਕਿਫ। ਕਾਂਗਰਸ ਤੋਂ ਕੱਢੇ ਜਾਣ ਤੇ ਕਮਲਜੀਤ ਬਰਾੜ ਦੇ ਤੇਵਰ ਤਲਖ। ਰਾਜਾ ਵੜਿੰਗ ਨੂੰ ਦੱਸਿਆ ਹੰਕਾਰੀ, ਕਿਹਾ ਜੋ ਵਰਕਰਾਂ ਦੀ ਨਹੀਂ ਕਰਦਾ ਕਦਰ ਉਹ ਹੋ ਜਾਵੇਗਾ ਖਤਮ। ਬਟਾਲਾ ਦੇ ਇੱਕ ਘਰ ਦੇ ਵਿੱਚ ਹਮਲਾ ਕਰਨ ਗਏ ਦੋ ਗੈਂਗਸਟਰ ਕਾਬੂ। ਪੁਲਿਸ ਨੂੰ ਵੇਖ ਕੇ ਘਰ ਦੀ ਛੱਤ ਦੇ ਉੱਤੇ ਲੁਕ ਗਏ ਸਨ ਗੈਂਗਸਟਰ। ਇੱਕ ਬਦਮਾਸ਼ ਪਿਛਲੇ ਹਫ਼ਤੇ ਹੀ ਤਿਹਾੜ ਜੇਲ੍ਹ ਤੋਂ ਜ਼ਮਾਨਤ ਦੇ ਉੱਤੇ ਆਇਆ ਸੀ ਬਾਹਰ। ਕੋਟਕਪੁਰਾ ਗੋਲੀकांड ਦੀ ਜਾਂਚ ਤੇਜ਼। ਫਰੀਦਕੋਟ ਦੇ ਵਿੱਚ ਐਸਆਈਟੀ ਨੇ ਦਰਜ ਕੀਤੇ ਪੀੜਤਾਂ ਤੇ ਗਵਾਹਾਂ ਦੇ ਬਿਆਨ। ਸਾਲ 2015 ਦੇ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਚਲਾਈ ਸੀ ਗੋਲੀ। ਵੀਆਈਪੀ ਕਲਚਰ ਤੇ ਠੱਲ ਪਾਉਣ ਦੇ ਲਈ ਸੀਐਮ ਮਾਨ ਦੀ ਮੰਤਰੀਆਂ ਨੂੰ ਹਦਾਇਤ। ਫੀਲਡ ਵਿਜ਼ਿਟ ਦੇ ਦੌਰਾਨ ਸਰਕਟ ਹਾਊਸ ਜਾਂ ਸਰਕਾਰੀ ਗੈਸਟ ਹਾਊਸ ਦੇ ਵਿੱਚ ਰੁਕਣ ਦੀ ਤਾਕੀਦ। 5 ਸਟਾਰ ਹੋਟਲਾਂ ਤੋਂ ਪਰਹੇਜ਼ ਕਰਨ ਨੂੰ ਕਿਹਾ। ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਪ੍ਰੀਪੇਡ ਬਿਜਲੀ ਮੀਟਰ ਲਗਾਉਣ ਦੀ ਤਿਆਰੀ। ਬਕਾਇਆ ਅਦਾ ਕਰਨ ਦੇ ਵਿੱਚ ਵਾਰ-ਵਾਰ ਹੁੰਦੀ ਦੇਰੀ ਨੂੰ ਦੇਖਦਿਆਂ ਲਿਆ ਜਾ ਰਿਹਾ ਫੈਸਲਾ। ਬਿਜਲੀ ਚੋਰੀ ਰੋਕਣਾ ਵੀ ਹੈ ਮਕਸਦ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ। 6 ਵਜੇ ਤੱਕ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ। ਉਹ 6 ਖਬਰਾਂ ਜੋ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਨੇ, ਜੋ ਦਿਨ ਭਰ ਖੂਬ ਚਰਚਾ ਦੇ ਵਿੱਚ ਰਹੀਆਂ ਨੇ। ਪੂਰੀ ਅਪਡੇਟ ਦੇ ਨਾਲ ਅਸੀਂ ਹਾਜ਼ਰ ਹਾਂ। ਸਭ ਤੋਂ ਪਹਿਲਾਂ 6ਵੀਂ ਖਬਰ, ਫਿਰ 5ਵੀਂ, ਚੌਥੀ, ਤੀਜੀ, ਦੂਜੀ ਤੇ ਫਿਰ ਦਿਨ ਦੀ ਸਭ ਤੋਂ ਵੱਡੀ ਯਾਨੀ ਪਹਿਲੀ ਖਬਰ। ਸ਼ੁਰੂਆਤ 6ਵੀਂ ਖਬਰ ਤੋਂ ਕਰਨ ਜਾ ਰਹੇ ਹਾਂ। ਸਕਰੀਨ ਦੇ ਉੱਤੇ ਆ ਚੁੱਕੀ ਹੈ। ਵਿਜੀਲੈਂਸ ਨੇ ਸਾਬਕਾ ਮੰਤਰੀ ਨੂੰ ਤਲਬ ਕੀਤਾ ਹੈ। ਇਹ ਕਥਿਤ ਸੰਜਾਈ ਘੁਟਾਲਾ ਹੈ। ਅਕਾਲੀ ਲੀਡਰ ਸ਼ਰਨਜੀਤ ਸਿੰਘ ਢਿੱਲੋਂ ਨੂੰ ਤਲਬ ਕੀਤਾ ਗਿਆ ਹੈ। ਤਾਂ ਸਾਬਕਾ ਮੰਤਰੀਆਂ ਦੇ ਉੱਤੇ ਐਕਸ਼ਨ ਹੁਣ ਲਗਾਤਾਰ ਜਾਰੀ ਹੈ। ਕਥਿਤ ਸੰਜਾਈ ਘੁਟਾਲੇ ਦੇ ਵਿੱਚ ਵਿਜੀਲੈਂਸ ਨੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੂੰ ਤਲਬ ਕਰ ਲਿਆ। ਅਕਾਲੀ ਦਲ ਦੇ ਆਗੂ ਨੇ ਯਾਨੀ 2017 ਤੋਂ ਪਹਿਲਾਂ ਇਹਨਾਂ ਦਾ ਕਾਰਜਕਾਲ ਰਿਹਾ। ਉਧਰ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਵੀ ਸੱਦਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਕੱਲ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਔਰ ਇਸ ਤੋਂ ਪਹਿਲਾਂ ਜੇਕਰ ਜ਼ਿਕਰ ਕਰੀਏ ਤਾਂ ਕਈ ਮੰਤਰੀਆਂ ਦੇ ਉੱਤੇ ਵਿਜੀਲੈਂਸ ਜਾਂ ਫਿਰ ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਸ਼ਿਕੰਜਾ ਕੱਸ ਚੁੱਕੀਆਂ ਨੇ। ਇਨਫੈਕਟ ਸਾਧੂ ਸਿੰਘ ਧਰਮਸੋਤ ਨੂੰ ਅਰੈਸਟ ਕਰ ਲਿਆ ਗਿਆ ਸੀ, ਬਾਅਦ ਚ ਜ਼ਮਾਨਤ ਮਿਲ ਗਈ। ਔਰ ਜੰਗਲਾਤ ਵਿਭਾਗ ਦਾ ਮੰਤਰਾਲਾ ਸੀ ਉਹਨਾਂ ਦੇ ਕੋਲ, ਤੇ ਭਾਰਤ ਭੂਸ਼ਣ ਆਸ਼ੂ ਮੌਜੂਦਾ ਸਮੇਂ ਦੇ ਵਿੱਚ ਜੇਲ੍ਹ ਦੇ ਵਿੱਚ ਨੇ। ਤਾਂ ਲਗਾਤਾਰ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ। ਤੇ ਹੁਣ ਸ਼ਰਨਜੀਤ ਸਿੰਘ ਢਿੱਲੋਂ ਨੂੰ ਤਲਬ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ। ਤੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਵੀ ਵਿਜੀਲੈਂਸ ਨੇ ਕਿਹਾ ਕਿ ਪੇਸ਼ ਹੋਵੋ। ਮੰਗਲਵਾਰ ਨੂੰ ਤੁਹਾਨੂੰ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣਾ ਹੋਵੇਗਾ। ਇਹ ਦਿਨ ਦੀ 6ਵੀਂ ਵੱਡੀ ਖਬਰ ਹੈ। ਅਸੀਂ ਹੋਰ ਡਿਟੇਲ ਲੈਣ ਦੀ ਕੋਸ਼ਿਸ਼ ਕਰਾਂਗੇ ਇਸ ਪੂਰੇ ਮਾਮਲੇ ਦੇ ਵਿੱਚ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਕਥਿਤ ਸੰਜਾਈ ਘੁਟਾਲਾ ਹੈ ਦੱਸਿਆ ਜਾ ਰਿਹਾ ਹੈ। ਔਰ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਅਤੇ ਸਾਬਕਾ ਮੰਤਰੀ ਨੇ ਜਿਹੜੇ ਸ਼ਰਨਜੀਤ ਸਿੰਘ ਢਿੱਲੋਂ, ਉਹਨਾਂ ਨੂੰ ਤਲਬ ਕੀਤਾ ਗਿਆ। ਕੱਲ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਵਿੱਚ, ਹੈੱਡਕੁਆਟਰ ਦੇ ਹੈੱਡ ਆਫਿਸ ਦੇ ਵਿੱਚ ਵਿਜੀਲੈਂਸ ਦੇ ਪੇਸ਼ ਹੋਣਾ ਹੋਵੇਗਾ ਮੋਹਾਲੀ ਦੇ ਵਿੱਚ। ਤਾਂ ਹੁਣ ਉੱਥੇ ਕੀ ਸਵਾਲ ਜਵਾਬ ਹੁੰਦੇ ਨੇ, ਕਿਹੜੇ ਤੱਥ ਨੇ, ਸਬੂਤ ਨੇ, ਜਾਂ ਫਿਰ ਕੀ ਆਧਾਰ ਬਣਾ ਕੇ ਇਹ ਪੂਰਾ ਸੰਮਨ ਕੀਤਾ ਗਿਆ, ਉਸ ਦੇ ਉੱਤੇ ਵੀ ਨਜ਼ਰ ਰਹੇਗੀ। ਇੱਕ ਕਥਿਤ ਸੰਜਾਈ ਘੁਟਾਲੇ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ। ਤਾਂ ਸਾਬਕਾ ਮੰਤਰੀਆਂ ਦੇ ਉੱਤੇ ਵੀ ਰਡਾਰ ਹੈ। ਕਾਬਿਲੇ ਗੌਰ ਹੈ ਕਿ ਇੱਕ ਦਿਨ ਪਹਿਲਾਂ ਜੋ ਸੂਬੇ ਦੇ ਖੇਤੀਬਾੜੀ ਮੰਤਰੀ ਨੇ, ਉਹਨਾਂ ਦੇ ਵੱਲੋਂ ਸਰਹੱਦੀ ਇਲਾਕੇ ਦੇ ਵਿੱਚ 700 ਏਕੜ ਜ਼ਮੀਨ ਦਾ ਮੁੱਦਾ ਵੀ ਚੁੱਕਿਆ ਗਿਆ ਸੀ ਤੇ ਕਿਹਾ ਸੀ ਕਿ ਜਾਂਚ ਹੋਏਗੀ। ਅਕਾਲੀ ਦਲ ਦੇ ਸਮੇਂ ਉਹ ਜ਼ਮੀਨ ਖਰੀਦੀ ਗਈ ਸੀ। ਤਾਂ ਰਡਾਰ ਦੇ ਉੱਤੇ ਪਹਿਲਾਂ ਦੀਆਂ ਹੋਈਆਂ ਜਿਹੜੇ ਕਰਾਰ ਨੇ ਜਾਂ ਫਿਰ ਜਿਹੜੀਆਂ ਖਰੀਦਾਂ ਨੇ, ਉਹਨਾਂ ਦੇ ਉੱਤੇ ਵੀ ਨਜ਼ਰ ਹੈ। ਅੱਗੇ ਵਧਦੇ ਹਾਂ, ਦਿਨ ਦੀ 5ਵੀਂ ਵੱਡੀ ਖਬਰ ਦਾ ਰੁਖ ਕਰਾਂਗੇ। ਗੱਲ ਹੋਵੇਗੀ 에ਅਰਪੋਰਟ ਦੇ ਨਾਮ ਦੀ, ਤੇ 에ਅਰਪੋਰਟ ਹੈ ਦਿੱਲੀ ਵਾਲਾ IGI, ਜਿੱਥੋਂ ਫਲਾਈਟ ਲੈ ਕੇ ਅਮਰੀਕਾ, ਕੈਨੇਡਾ ਆਪਾਂ ਜਾਂਦੇ ਹਾਂ। ਤੇ ਉੱਥੇ ਦੇ 에ਅਰਪੋਰਟ ਦਾ ਨਾਮ ਬਦਲਣ ਦੀ ਮੰਗ ਕੀਤੀ ਗਈ ਹੈ। 에ਅਰਪੋਰਟ ਦਾ ਨਾਮ ਬਦਲਣ ਦੀ ਮੰਗ ਹੋਈ ਹੈ। SGPC ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ IGI ਯਾਨੀ ਇੰਟਰਨੈਸ਼ਨਲ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ। ਹੁਣ ਇੰਦਰਾ ਗਾਂਧੀ ਦੇ ਨਾਮ ਦੇ ਉੱਤੇ IGI 에ਅਰਪੋਰਟ ਹੈ, ਜਿਸ ਦਾ ਮੈਂ ਜ਼ਿਕਰ ਕਰ ਰਿਹਾ। ਦਿੱਲੀ ਦਾ IGI 에ਅਰਪੋਰਟ ਦੁਨੀਆ ਦੇ ਵੱਡੇ 에ਅਰਪੋਰਟਸ ਦੇ ਵਿੱਚੋਂ ਇੱਕ ਗਿਣਿਆ ਜਾਂਦਾ। IGI ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈ ਤੇ ਮੰਗ ਹੋ ਰਹੀ ਹੈ ਕਿ ਇੰਦਰਾ ਗਾਂਧੀ ਦੇ ਨਾਮ ਤੋਂ ਬਦਲ ਦਿੱਤਾ ਜਾਵੇ, ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ
ਜਿਹੜਾ ਦਿੱਲੀ ਵਾਲਾ ਕੌਮਾਂਤਰੀ 에ਅਰਪੋਰਟ ਹੈ ਉਸ ਦਾ ਨਾਮ ਰੱਖਿਆ ਜਾਵੇ। ਐਸਜੀਪੀਸੀ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਔਰ ਕੇਂਦਰ ਦੀ ਸਰਕਾਰ ਨੂੰ ਇਹ ਮੰਗ ਕੀਤੀ ਗਈ ਹੈ ਕਿ ਤੁਸੀਂ ਇਸ ਦੇ ਉੱਤੇ ਗੌਰ ਕਰੋ ਤੇ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਇਹ 에ਅਰਪੋਰਟ ਦਾ ਨਾਮ ਹੋਣਾ ਚਾਹੀਦਾ ਹੈ। ਕਾਬਿਲ ਗੌਰ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਅੱਜ ਦੁਨੀਆ ਭਰ ਦੇ ਵਿੱਚ ਸਜਦਾ ਕੀਤਾ ਜਾ ਰਿਹਾ ਹੈ ਔਰ ਇਸ ਮੌਕੇ ਉੱਤੇ ਕਿਉਂਕਿ ਹਿੰਦ ਦੀ ਚਾਦਰ ਉਹਨਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਨੇ ਕੁਰਬਾਨੀ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਦੇ ਉੱਤੇ ਕਸ਼ਮੀਰੀ ਪੰਡਤਾਂ ਦੇ ਲਈ, ਹਿੰਦੂ ਧਰਮ ਦੇ ਲਈ, ਹਿੰਦੂ ਜਿਹੜੇ ਲੋਕ ਸੀ ਉਹਨਾਂ ਦੇ ਲਈ, ਤਾਂ ਇਸ ਕਰਕੇ ਹਿੰਦ ਦੀ ਚਾਦਰ ਦੇ ਨਾਮ ਦੇ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। ਤਾਂ ਇਹੀ ਮੰਗ ਹੈ ਕਿ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਦਿੱਲੀ 에ਅਰਪੋਰਟ ਦਾ ਨਾਮ ਰੱਖਿਆ ਜਾਵੇ। ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਸੱਚੇ ਮਨ ਤੋਂ ਇਸ ਹਿੰਦੁਸਤਾਨ ਦੇ ਲੋਕ ਜਾਂ ਹਿੰਦੁਸਤਾਨ ਦੀ ਮੌਜੂਦਾ ਸਰਕਾਰ ਗੁਰੂ ਸਾਹਿਬ ਦੀ ਉਸ ਕੁਰਬਾਨੀ ਨੂੰ ਨਤਮਸਤਕ ਹੁੰਦੀ ਆ ਤਾਂ ਮੈਂ ਕਹਿ ਦੇਣਾ ਚਾਹੁੰਦਾ ਕਿ ਭਾਵੇਂ ਕਿ ਇੰਦਰਾ ਗਾਂਧੀ ਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾਲ ਕਿਸੇ ਵੀ ਤਰ੍ਹਾਂ ਅਸੀਂ ਤੁਲਨਾ ਨਹੀਂ ਕਰ ਸਕਦੇ, ਨਾ ਕਰ ਰਹੇ ਹਾਂ, ਪਰ ਇੱਕ ਪਾਸੇ ਉਹ ਲੋਕ ਨੇ ਜਿਹੜੇ ਮਾਨਵਤਾ ਦੇ ਕਾਤਲ ਨੇ ਇੰਦਰਾ ਗਾਂਧੀ ਵਰਗੇ, ਤੇ ਦੂਸਰੇ ਪਾਸੇ ਮਨੁੱਖਤਾ ਦੇ ਭਲੇ ਲਈ, ਮਨੁੱਖਤਾ ਦੇ ਹਿੱਤਾਂ ਲਈ, ਮਾਨਵਤਾ ਦੇ ਲਈ ਜੋ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕੀਤੀ ਹੈ, ਉਹਨਾਂ ਨੂੰ ਜੇ ਸਹੀ ਯਾਦ ਕਰਨਾ ਤੇ ਇੰਦਰਾ ਗਾਂਧੀ ਵਰਗੇ ਜ਼ਾਲਮ ਜਿਹੜੇ ਸ਼ਾਸਕ ਆ ਉਹਨਾਂ ਦੇ ਨਾਮ ਜਿਹੜੇ ਹਟਾ ਦੇਣੇ ਚਾਹੀਦੇ ਆ। ਮੈਂ ਖਾਸ ਤੌਰ ਤੇ ਕਹਿ ਦੇਣਾ ਚਾਹੁੰਦਾ ਕਿ ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਕਿ ਇੰਦਰਾ ਗਾਂਧੀ ਦੇ ਨਾਂ ਤੇ ਆ, ਉਹ ਇੰਦਰਾ ਗਾਂਧੀ ਦੇ ਨਾਂ ਤੋਂ ਹਟਾ ਕੇ ਇਸ ਦੇਸ਼ ਦੇ ਲਈ ਲਾਸਾਨੀ ਕੁਰਬਾਨੀ ਕਰਨ ਵਾਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨਾਮ ਨੂੰ ਸਮਰਪਣ ਕਰ ਲੈਣਾ ਚਾਹੀਦਾ। ਦੇਖਣਾ ਹੋਵੇਗਾ ਕਿ ਕੇਂਦਰ ਦੀ ਸਰਕਾਰ ਇਸ ਮੰਗ ਦੇ ਉੱਤੇ ਕਿੰਨਾ ਗੌਰ ਕਰਦੀ ਹੈ। ਖੈਰ ਬੀਜੇਪੀ ਦੀ ਸੈਂਟਰ 'ਚ ਸਰਕਾਰ ਬਣੀ, ਬਹੁਤ ਸਾਰੀਆਂ ਥਾਵਾਂ ਦੇ ਨਾਮ ਬਦਲੇ ਗਏ ਨੇ। ਇਨਫੈਕਟ ਯੂਪੀ ਦੇ ਵਿੱਚ ਵੀ ਸਰਕਾਰ ਬਣਨ ਤੋਂ ਬਾਅਦ ਜਿਹੜੇ ਰੇਲਵੇ ਸਟੇਸ਼ਨਸ ਨੇ ਜਾਂ ਹੋਰ ਥਾਵਾਂ ਨੇ ਉਹਨਾਂ ਦੇ ਨਾਮ ਬਦਲੇ ਗਏ ਨੇ। ਤਾਂ ਕਿ ਆਈਜੀਆਈ ਦਾ ਨਾਮ ਵੀ ਬਦਲਿਆ ਜਾਵੇਗਾ। ਕੌਮਾਂਤਰੀ 에ਅਰਪੋਰਟ ਦਾ ਆਈਜੀਆਈ ਮਤਲਬ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਬਦਲਿਆ ਜਾਏਗਾ। ਐਸਜੀਪੀਸੀ ਦੀ ਮੰਗ ਤੋਂ ਬਾਅਦ ਦੇਖਣ ਵਾਲੀ ਗੱਲ ਰਹੇਗੀ ਕਿ ਕੇਂਦਰ ਦੀ ਸਰਕਾਰ ਕਿਵੇਂ ਰਿਐਕਟ ਕਰਦੀ ਹੈ। ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਾਂਗੇ ਦਿਨ ਦੀ ਚੌਥੀ ਵੱਡੀ ਖਬਰ ਦੀ ਔਰ ਉਹ ਵੀ ਸਕਰੀਨ ਦੇ ਉੱਤੇ ਆਏਗੀ ਕੁਝ ਹੀ ਪਲਾਂ ਦੇ ਵਿੱਚ। ਜਿਹਾਂ ਚੌਥੀ ਵੱਡੀ ਖਬਰ ਆ ਚੁੱਕੀ ਹੈ। ਇਹ ਖਬਰ ਜੁੜੀ ਹੋਈ ਹੈ ਕੋਟਪੁਰਾ ਗੋਲੀकांड ਦੇ ਨਾਲ। ਮੁੜ ਤੋਂ ਦਰਜ ਕੀਤੇ ਗਏ ਨੇ ਪੀੜਤਾਂ ਤੇ ਗਵਾਹਾਂ ਦੇ ਬਿਆਨ। ਕੋਟਪੁਰਾ ਗੋਲੀकांड ਜੋ 2015 ਦੇ ਵਿੱਚ ਹੋਇਆ ਸੀ ਕੋਟਪੁਰਾ ਦੇ ਵਿੱਚ, ਤਾਂ ਕੋਟਪੁਰਾ ਗੋਲੀकांड ਦੀ ਜਾਂਚ ਇੱਕ ਵਾਰ ਫਿਰ ਤੋਂ ਤੇਜ਼ੀ ਫੜਦੀ ਹੋਈ ਨਜ਼ਰ ਆ ਰਹੀ ਹੈ। ਜਿਹੜੀ ਐਸਆਈਟੀ ਨਵੀਂ ਬਣਾਈ ਗਈ ਅਦਾਲਤ ਦੇ ਹੁਕਮਾਂ ਤੋਂ ਬਾਅਦ ਐਸਆਈਟੀ ਨੇ ਹੁਣ ਗਵਾਹਾਂ ਤੇ ਪੀੜਤਾਂ ਦੇ ਬਿਆਨ ਦਰਜ ਕੀਤੇ ਨੇ। ਫਰੀਦਕੋਟ ਕੈਂਪ ਆਫਿਸ ਦੇ ਵਿੱਚ ਬਿਆਨ ਦਰਜ ਕੀਤੇ ਨੇ। ਐਸਆਈਟੀ ਮੈਂਬਰ ਅਤੇ ਐਸਐਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਵੀ ਇਸ ਮੌਕੇ ਮੌਜੂਦ ਸਨ। 2015 ਦੇ ਵਿੱਚ ਕੋਟਪੁਰਾ ਦੇ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਗੋਲੀ ਚਲਾਈ ਸੀ। ਬੇਅਦਬੀ ਦੇ ਵਿਰੋਧ ਦੇ ਵਿੱਚ ਉੱਥੇ ਸਿੱਖ ਸੰਗਤ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਸਨ। ਕਾਬਿਲੇ ਗੌਰ ਇਹ ਵੀ ਹੈ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੀ ਜਾਂਚ ਵੱਖ-ਵੱਖ ਜਾਂਚ ਟੀਮਾਂ ਕਰ ਚੁੱਕੀਆਂ ਨੇ। ਇੱਕ ਕੁੰਵਰ ਵਿਜੇ ਪ੍ਰਤਾਪ ਵਾਲੀ ਜਿਸ ਦੇ ਉਹ ਮੈਂਬਰ ਸਨ, ਮੌਜੂਦਾ ਸਮੇਂ 'ਚ ਵਿਧਾਇਕ ਨੇ ਕੁੰਵਰ ਵਿਜੇ ਪ੍ਰਤਾਪ, ਇੱਕ ਐਸਆਈਟੀ ਦੇ ਮੈਂਬਰ ਸੀ। ਉਹਨਾਂ ਨੇ ਰਿਪੋਰਟ ਬਣਾ ਕੇ ਸੌਂਪੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਉਸ ਰਿਪੋਰਟ ਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਹੋਏ ਉਸ ਨੂੰ ਕੁਐਸ਼ ਕਰ ਦਿੱਤਾ ਸੀ, ਯਾਨੀ ਰੱਦ ਕਰ ਦਿੱਤਾ ਸੀ ਤੇ ਨਵੀਂ ਐਸਆਈਟੀ ਬਣਾਉਣ ਦੇ ਆਦੇਸ਼ ਦਿੱਤੇ ਸਨ। ਨਵੀਂ ਐਸਆਈਟੀ ਬਣੀ ਤੇ ਨਵੀਂ ਐਸਆਈਟੀ ਦੇ ਵੱਲੋਂ ਹੁਣ ਜਾਂਚ ਨੂੰ ਅੱਗੇ ਜ਼ਰੂਰ ਵਧਾਇਆ ਜਾ ਰਿਹਾ ਹੈ। ਅੱਗੇ ਵਧਦੇ ਹਾਂ ਦਿਨ ਦੀ ਤੀਜੀ ਵੱਡੀ ਖਬਰ ਦਾ ਹੁਣ ਰੁਕ ਕਰਾਂਗੇ। ਖਬਰ ਜੁੜੀ ਹੋਈ ਹੈ ਕਾਂਗਰਸੀ ਆਗੂ ਕਮਲਜੀਤ ਬਰਾੜ ਦੇ ਨਾਲ ਜੁੜੀ ਹੋਈ। ਕਾਂਗਰਸ ਤੋਂ ਕੱਢ ਦਿੱਤਾ ਗਿਆ ਹੈ ਕਮਲਜੀਤ ਬਰਾੜ ਨੂੰ, ਸਕਰੀਨ ਦੇ ਉੱਤੇ ਆ ਚੁੱਕੀ ਹੈ। ਕਾਂਗਰਸ ਤੋਂ ਕੱਢੇ ਕਮਲਜੀਤ ਬਰਾੜ ਦੇ ਹੁਣ ਤੇਵਰ ਤਲਖ ਨਜ਼ਰ ਆ ਰਹੇ ਨੇ। ਪਾਰਟੀ ਨੇ ਇੱਕ ਸ਼ਖਸ ਨੇ ਕੱਢਿਆ ਹੈ। ਇਹ ਕਹਿ ਰਹੇ ਨੇ ਕਮਲਜੀਤ ਬਰਾੜ ਦਾ ਰਾਜਾ ਵੜਿੰਗ ਨੂੰ ਇਹ ਚੈਲੰਜ ਵੀ ਹੈ। ਉਹਨਾਂ ਨੇ ਚੈਲੰਜ ਕਰਦੇ ਹੋਏ ਵੀ ਕਿਹਾ ਤਾਂ ਕਮਲਜੀਤ ਬਰਾੜ ਕਹਿ ਰਹੇ ਨੇ ਕਿ ਇਹ ਪਾਰਟੀ ਨੇ ਨਹੀਂ ਕੱਢਿਆ ਬਲਕਿ ਇੱਕ ਸ਼ਖਸ ਨੇ ਰਾਜਾ ਵੜਿੰਗ ਦੇ ਉੱਤੇ ਵਰਦੇ ਹੋਏ ਨਜ਼ਰ ਆ ਰਹੇ ਨੇ। ਕਾਂਗਰਸ ਤੋਂ ਕੱਢੇ ਗਏ ਨੇ ਕਮਲਜੀਤ ਬਰਾੜ। ਕਾਬਲੇ ਗੌਰ ਹੈ ਕਿ ਕਮਲਜੀਤ ਬਰਾੜ ਦਰਸ਼ਨ ਬਰਾੜ ਦੇ ਬੇਟੇ ਨੇ ਜੋ ਬਾਗਾ ਪੁਰਾਣਾ ਤੋਂ 2017 ਦੇ ਵਿੱਚ ਵਿਧਾਇਕ ਚੁਣੇ ਗਏ ਸੀ। 2022 ਦੇ ਵਿੱਚ ਹਾਲਾਂਕਿ ਇਲੈਕਸ਼ਨ ਨਹੀਂ ਜਿੱਤ ਸਕੇ ਔਰ ਕਮਲਜੀਤ ਬਰਾੜ ਆਪਣੇ ਇੱਕ ਤਲਖ ਅੰਦਾਜ਼ ਨੂੰ ਲੈ ਕੇ ਬਹੁਤ ਸੁਰਖੀਆਂ ਦੇ ਵਿੱਚ ਰਹੇ ਨੇ। ਕਮਲਜੀਤ ਬਰਾੜ ਰਾਜਾ ਵੜਿੰਗ ਨੂੰ ਹੁਣ ਚੈਲੰਜ ਵੀ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਮੇਰੇ ਬਰਾਬਰ ਕਿਸੇ ਦਾ ਕੰਮ ਦਿਖਾਓ। ਮੇਰੇ ਪਰਿਵਾਰ ਨੇ ਕਾਂਗਰਸ ਦੀ ਸੇਵਾ ਕੀਤੀ ਹੈ। ਕਮਲਜੀਤ ਬਰਾੜ ਨੇ ਰਾਜਾ ਵੜਿੰਗ ਨੂੰ ਹੰਕਾਰੀ ਤੱਕ ਦੱਸ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਵੜਿੰਗ ਨੂੰ ਲੱਗਦਾ ਹੈ ਕਿ ਇਕੱਲੇ ਉਹੀ ਕਾਂਗਰਸ ਨੇ, ਜੇ ਵਰਕਰਾਂ ਦੀ ਕਦਰ ਨਹੀਂ ਕੋਈ ਕਰਦਾ ਤਾਂ ਫਿਰ ਉਹ ਖਤਮ ਹੋ ਜਾਂਦਾ ਹੈ। ਇਹ ਵੀ ਰਾਜਾ ਵੜਿੰਗ ਨੂੰ ਸਿੱਧਾ ਚੈਲੰਜ ਕਰਦੇ ਨਜ਼ਰ ਆ ਰਹੇ ਨੇ। ਕਾਬਲੇ ਗੌਰ ਹੈ ਕਿ ਇੱਕ ਲੈਟਰ ਕੱਢ ਕੇ ਪਾਰਟੀ ਤੋਂ ਐਕਸਪੈਲ ਕੀਤਾ ਗਿਆ ਕਮਲਜੀਤ ਬਰਾੜ ਨੂੰ, ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕਮਲਜੀਤ ਬਰਾੜ ਪਾਰਟੀ ਵਿਰੋਧੀ ਸਰਗਰਮੀਆਂ ਕਰ ਰਹੇ ਨੇ, ਇਸ ਕਰਕੇ ਉਹਨਾਂ ਦੇ ਉੱਤੇ ਇਹ ਐਕਸ਼ਨ ਲਿਆ ਗਿਆ।
ਪਾਰਟੀ ਨੇ ਨਹੀਂ ਕੱਢਿਆ ਬਾਹਰ, ਇੱਕ ਵਿਅਕਤੀ ਨੇ ਕੱਢਿਆ ਬਾਹਰ। ਕਹਿਣਾ ਕੀ ਹੈ ਉਹਨੂੰ ਪੁੱਛੋ ਵੀ ਕਾਰਨ ਕੀ ਰਿਹਾ, ਕਿਉਂ ਕੱਢਿਆ ਭਾਈ, ਕੀ ਸੂਲਾਂ ਵਾਂਗੂ ਤੇਰੇ ਕਿਉਂ ਚੁਭਿਆ ਉਹ। ਮੈਂ ਤਾਂ ਚੈਲੰਜ ਕਰਦਾ ਪ੍ਰਧਾਨ ਨੂੰ ਕਿ ਮੈਂ 1.5 ਸਾਲ ਦਾ ਮੇਰਾ ਕਾਰਜਕਾਲ ਰਿਹਾ ਹੈ ਪ੍ਰਧਾਨਗੀ ਦਾ, ਉਸ ਤੋਂ ਬਿਨਾਂ ਵੀ ਉਸ ਤੋਂ ਪਹਿਲਾਂ ਵਾਲਾ ਤਾਂ ਕੰਮ ਚਲੋ ਕਾਊਂਟ ਹੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮੈਂ ਕਿਹੜਾ ਕੋਈ ਜ਼ਿੰਮੇਵਾਰ ਉਹਦੇ ਤੇ ਸੀ। ਤੇ ਮੈਂ ਪ੍ਰਧਾਨਗੀ ਵੇਲੇ ਮੈਂ ਕਹਿੰਦਾ ਵੀ ਮੈਂ ਇਹਦੇ ਆਪਦੇ ਹਲਕੇ ਦੀ ਗੱਲ ਕਰਦਾ ਹਾਂ, ਚਾਹੇ ਮੁਕਤਸਰ ਸਾਹਿਬ ਜ਼ਿਲ੍ਹਾ ਹੈ, ਉੱਥੇ ਇਹਦਾ ਆਪਦਾ ਨਿੱਜੀ ਹਲਕਾ ਗਿੱਦੜਬਾਹਾ ਵਿੱਚ ਪੈਂਦਾ, ਤੇ ਮੈਨੂੰ ਦੱਸ ਦੇ ਵੀ ਮੇਰੇ ਬਰਾਬਰ ਕਿਸੇ ਨੇ ਐਜੀਟੇਸ਼ਨ ਕੀਤੀ, ਮੇਰੇ ਜਿੰਨਾ ਕਿਸੇ ਨੇ ਇਕੱਠ ਕੀਤਾ ਹੈ, ਜਾਂ ਸਾਡੇ ਪਰਿਵਾਰ ਜਿੰਨੀ ਕੋਈ ਵੱਡੀ ਰੈਲੀ ਕਰ ਸਕਦਾ, ਲੋਕਾਂ ਦੀ ਖਾਤਰ ਲੜ ਸਕਦਾ। ਅਸੀਂ ਤਾਂ ਉਸ ਹਲਕੇ ਤੋਂ ਆਉਂਦੇ ਜਿੱਥੇ ਕਾਂਗਰਸ ਦਾ ਕੋਈ ਨਾਂ ਲੈ ਕੇ ਰਾਜੀ ਨਹੀਂ ਸੀ। ਉਸ ਜਗ੍ਹਾ ਮੇਰੇ ਪਿਤਾ ਨੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਹੈ, ਕਾਂਗਰਸ ਜਿਉਂਦੀ ਰੱਖੀ ਹੋਈ ਹੈ, ਖੜੀ ਕੀਤੀ ਹੋਈ ਆ, 2 ਵਾਰ ਉੱਥੋਂ MLA ਬਣ ਕੇ ਬਾਘੇ ਪੁਰਾਣੇ ਤੋਂ। ਸੋ ਇਹ ਚੀਜ਼ਾਂ ਦਾ ਇਹਨੂੰ ਜਵਾਬ ਤੁਸੀਂ ਮੰਗੋ ਤੋਂ ਵੀ ਕਿਉਂ ਭਾਈ, ਕੀ ਗੱਲ ਹੈ। ਬਰਾੜ ਸਾਹਿਬ, ਕਿਹੜੀਆਂ ਗਤੀਵਿਧੀਆਂ ਵਿਰੋਧੀ ਪਾਰਟੀ ਵਿਰੋਧੀ ਜਿਹੜੀਆਂ ਕੀਤੀਆਂ ਗਈਆਂ ਤੁਹਾਡੇ ਵੱਲੋਂ, ਜਿਹੜਾ ਪਾਰਟੀ ਨੇ ਬਾਹਰ ਦਾ ਰਸਤਾ ਵਿਖਾਇਆ, ਇਹੋ ਜਿਹੀਆਂ ਕਿਹੜੀਆਂ ਗਤੀਵਿਧੀਆਂ? ਪਾਰਟੀ ਨੇ ਬਾਹਰ ਦਾ ਰਸਤਾ ਨਹੀਂ ਵਿਖਾਇਆ, ਵਿਅਕਤੀ ਨੇ। ਚਲੋ, ਇੱਕ ਵਿਅਕਤੀ ਨੇ, ਜਿਹੜਾ ਹੰਕਾਰਿਆ ਹੋਇਆ ਵਿਅਕਤੀ ਆ, ਜਿਹਦੇ ਦਿਮਾਗ ਨੂੰ ਹੰਕਾਰ ਚੜਿਆ ਹੋਇਆ ਕਿ ਮੈਂ ਹੀ ਕਾਂਗਰਸ ਹਾਂ ਤੇ ਮੈਂ ਹੀ ਇਕੱਲਾ ਖੇਡੂੰ ਕਾਂਗਰਸ 'ਚ, ਹੋਰ ਕੋਈ ਰਹੂਗਾ ਨਹੀਂ। ਇਹ ਉਹਦਾ ਕੰਮ ਆ, ਉਹਦਾ ਕੀਤਾ ਹੋਇਆ ਕਾਰਾ ਹੈ। ਸਿੱਧੇ ਤੌਰ ਤੇ ਕੌਣ ਉਹ ਰਾਜਾ ਵੜਿੰਗ, ਹੋਰ ਕੌਣ? ਤੁਹਾਨੂੰ ਨਹੀਂ ਪਤਾ ਕੌਣ? ਲਾਹਨਤ ਹੋਊਗੀ ਮੇਰੇ ਤੇ, ਮੈਂ ਆਮ ਆਦਮੀ ਪਾਰਟੀ ਜਾਂ BJP ਦਾ ਨਾਂ ਵੀ ਲਊਂਗਾ ਆਪਦੇ ਮੂੰਹ 'ਚੋਂ। ਇੰਨੀਆਂ ਗੰਦੀਆਂ ਜਮਾਤਾਂ ਜਿਹੜੀਆਂ ਮੁਲਕ ਨੂੰ ਤੋੜਨ ਵਾਲੀਆਂ, ਮੈਂ ਕਿਉਂ ਕਿਸੇ ਹੋਰ ਪਾਰਟੀ 'ਚ ਜਾਵਾਂ ਬਾਈ? ਇਹਦੇ ਪਿਓ ਦੀ ਪਾਰਟੀ ਥੋੜੀ ਹੈ, ਇਹ ਤਾਂ ਅੱਜ 2 ਦਿਨ ਵਾਸਤੇ ਹੈਗਾ, 4 ਦਿਨਾਂ ਨੂੰ ਰਹਿਣਾ ਨਹੀਂ ਪ੍ਰਧਾਨ। ਅੱਜ ਤੱਕ ਕੋਈ ਸਦੀਵੀ ਪ੍ਰਧਾਨ ਰਿਹਾ ਕਾਂਗਰਸ ਦਾ ਵੀ 100 ਸਾਲ ਵਾਸਤੇ ਪ੍ਰਧਾਨ ਬਣਾਤਾ ਹੋਵੇ? ਇਹੋ ਜਿਹੇ 20 ਆਏ ਜਾਂ 20 ਗਏ ਆ ਤਾਂ ਜਵਾਕ ਆ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਿਸੇ ਵੇਲੇ ਕਹਿੰਦਾ ਹੁੰਦਾ ਸੀ ਕਿ ਮੇਰੇ ਬਿਨਾਂ ਕਾਂਗਰਸ ਦਾ ਪੱਤਾ ਨਹੀਂ ਹਿਲ ਸਕਦਾ, ਕਾਂਗਰਸ ਚੱਲ ਹੀ ਨਹੀਂ ਸਕਦੀ ਮੇਰੇ ਬਿਨਾਂ। ਤੇ ਇਹ ਤਾਂ ਭੋਰਾ ਕੁ ਜਵਾਕ ਆ, ਉਹ ਤਾਂ ਵੱਡੇ ਖਿਡਾਰੀ ਸੀ। ਅੱਜ ਉਹ ਨਹੀਂ ਲੱਭ ਰਹੇ ਕੈਪਟਨ ਅਮਰਿੰਦਰ ਸਿੰਘ ਵਰਗੇ, ਕਿੱਥੇ ਆ ਉਹ? ਲੱਭਦੇ ਆ ਉਹ ਜਿਹੜਾ ਵਰਕਰਾਂ ਦੀ। ਤਾਂ ਕਮਲਜੀਤ ਬਰਾੜ ਖੂਬ ਵਰਦੇ ਹੋਏ ਨਜ਼ਰ ਆ ਰਹੇ ਨੇ ਅਮਰਿੰਦਰ ਸਿੰਘ ਰਾਜਾ ਬੜਾਰ ਯਾਨੀ ਕਿ ਰਾਜਾ ਵੜਿੰਗ ਦੇ ਉੱਤੇ। ਤਾਂ ਹੁਣ ਕਾਂਗਰਸ ਦਾ ਅੰਦਰੂਨੀ ਕਲੇਸ਼ ਸਮੇਂ-ਸਮੇਂ ਦੇ ਉੱਤੇ ਸਾਹਮਣੇ ਆਉਂਦਾ ਰਿਹਾ ਹੈ। ਤਾਂ ਕੀ ਕਮਲਜੀਤ ਦੇ ਵੱਲੋਂ ਕੋਈ ਵਾਪਸੀ ਵਾਲਾ ਰਾਹ ਅਖਤਿਆਰ ਕੀਤਾ ਜਾਏਗਾ, ਕਿਉਂਕਿ ਹੋਰ ਪਾਰਟੀ 'ਚ ਤਾਂ ਨਹੀਂ ਜਾਣਗੇ। ਦੇਖਣਾ ਹੋਵੇਗਾ ਇਹ ਕਲੇਸ਼ ਅੱਗੇ ਕੀ ਨਵਾਂ ਰੂਪ ਲੈਂਦਾ ਹੈ। ਹੁਣ ਅੱਗੇ ਵਧਾਂਗੇ ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਦਿਨ ਦੀ ਦੂਜੀ ਵੱਡੀ ਖਬਰ ਜ਼ਬਰੀ ਧਰਮ ਪਰਿਵਰਤਨ ਦੇ ਨਾਲ ਜੁੜੀ ਹੋਈ ਹੈ। ਦੂਜੀ ਵੱਡੀ ਖਬਰ ਸਕਰੀਨ ਦੇ ਉੱਤੇ ਆ ਚੁੱਕੀ ਹੈ। ਕੇਂਦਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੱਤਾ ਹੈ। ਜ਼ਬਰੀ ਧਰਮ ਪਰਿਵਰਤਨ ਦਾ ਇਹ ਪੂਰਾ ਮਾਮਲਾ, ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ ਕੇਂਦਰ ਦੀ ਸਰਕਾਰ ਕਦਮ ਚੁੱਕੇਗੀ। ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਵੀ ਸੁਪਰੀਮ ਕੋਰਟ ਦੇ ਵਿੱਚ ਕਿਹਾ ਗਿਆ ਕਿ ਅਸੀਂ ਮਾਮਲੇ ਦੀ ਗੰਭੀਰਤਾ ਨੂੰ ਸਮਝ ਰਹੇ ਹਾਂ, ਅਸੀਂ ਮਾਮਲੇ ਦੀ ਗੰਭੀਰਤਾ ਤੋਂ ਵਾਕਿਫ ਹਾਂ। ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ ਕਦਮ ਚੁੱਕੇਗਾ ਕੇਂਦਰ, ਅਸੀਂ ਮਸਲੇ ਦੀ ਗੰਭੀਰਤਾ ਤੋਂ ਵਾਕਿਫ ਹਾਂ। ਤੇ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਜ਼ਬਰਨ ਧਰਮ ਪਰਿਵਰਤਨ ਨੂੰ ਦੇਸ਼ ਦੇ ਲਈ ਖਤਰਾ ਦੱਸਿਆ ਸੀ। ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਤੋਂ ਜਵਾਬ ਤਲਬ ਕੀਤਾ ਸੀ ਤੇ ਇਸ ਜਵਾਬ ਤਲਬ ਦੇ ਵਿਚਾਲੇ ਹੁਣ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਹਲਫਨਾਮਾ ਦਾਖਲ ਕਰਕੇ ਜ਼ਿਕਰ ਕੀਤਾ ਹੈ ਕਿ ਅਸੀਂ ਮਾਮਲੇ ਦੀ ਗੰਭੀਰਤਾ ਤੋਂ ਵਾਕਿਫ ਹਾਂ ਤੇ ਅਸੀਂ ਜ਼ਰੂਰ ਇਸ ਦੇ ਉੱਤੇ ਸੋਚ ਵਿਚਾਰ ਕਰ ਰਹੇ ਹਾਂ ਤੇ ਨਾਲ ਹੀ ਕਾਨੂੰਨ ਲਿਆਉਣ ਦੀ ਤਿਆਰੀ ਹੈ। ਇਹ ਵੀ ਜ਼ਿਕਰ ਹੁੰਦਾ ਹੋਇਆ ਨਜ਼ਰ ਆਇਆ ਹੈ। नॉर्थ ईस्ट में तो पहले एकदम कंप्लीट खत्म हो चुका है, हिंदू वहां खत्म हो चुके हैं, इसलिए इसके लिए केंद्रीय स्तर पे कानून बनाना बहुत जरूरी है। या तो केंद्र सरकार पार्लियामेंट में एक अलग से कानून बनाए, नहीं तो इंडियन पिनल कोड का जो चैप्टर 15 है, चैप्टर 15 ऑफेंस रिलेटिंग टू रिलीजन, उसको अमेंड करे, उसमें 2 नई धारा छोड़े। जब तक विदेशी फंडिंग नहीं रुकेगी, हवाला की फंडिंग नहीं रुकेगी, FCRA की फंडिंग नहीं रुकेगी और धर्मांतरण कराने वालों की 100% प्रॉपर्टी जब्त करने और 10 से 20 साल की सजा देने के लिए कानून नहीं बनेगा, तब तक धर्मांतरण नहीं रुकेगा। धर्मांतरण के कारण लद्दाख में हिंदू केवल 1% बचे हैं, कश्मीर में केवल 2% बचे हैं, लद्दाख में केवल, लक्षद्वीप में केवल 2% बचे हैं, मेघालय वही हालत है, मिजोरम में केवल 2% बचे हैं, नागालैंड में केवल 8% बचे हैं। दुनिया का चौथा सबसे बड़ा चर्च पंजाब में बन रहा है, पंजाब में बड़े पैमाने पर धर्मांतरण किया जा रहा है। इसलिए मेरा सरकार से निवेदन है कि जितने जल्दी हो सके या तो पार्लियामेंट के आने वाले सेशन में एक नया एंटी कन्वर्जन लॉ ले आके 10 से 20 साल की सजा देने और 100% प्रॉपर्टी जब्त करने का कानून बनाए। ਤਾਂ ਧਰਮ ਪਰਿਵਰਤਨ ਦਾ ਮੁੱਦਾ ਇਸ ਸਮੇਂ ਸੂਬੇ ਦੇ ਵਿੱਚ ਤੇ ਦੇਸ਼ ਦੇ ਵਿੱਚ ਖੂਬ ਭਖਿਆ ਹੋਇਆ ਤੇ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਹੋਇਆ। ਸੁਪਰੀਮ ਕੋਰਟ ਨੇ ਚਿੰਤਾ ਵੀ ਇਸ ਪੂਰੇ ਮੁੱਦੇ ਉੱਤੇ ਜਤਾਈ ਸੀ ਤੇ ਹੁਣ ਕੇਂਦਰ ਦੀ ਸਰਕਾਰ ਨੇ ਹਲਫਨਾਮਾ ਦਾਖਲ ਕੀਤਾ ਹੈ। ਅੱਗੇ ਵਧਦੇ ਹਾਂ ਤੇ ਦਿਨ ਦੀ ਸਭ ਤੋਂ ਵੱਡੀ ਖਬਰ ਦਾ ਰੁਖ ਕਰਾਂਗੇ। ਖਬਰ ਜੁੜੀ ਹੋਈ ਹੈ BJP ਅਤੇ ਅਕਾਲੀ ਦਲ ਦੇ ਨਾਲ ਤੇ ਖਬਰ ਜੁੜੀ ਹੈ ਐਕਸਕਲੂਸਿਵ ਇੰਟਰਵਿਊ ਦੇ ਨਾਲ। ਜੀ ਹਾਂ, ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਇਕਬਾਲ ਸਿੰਘ ਲਾਲਪੁਰਾ ਨਿਊਜ਼ 18 ਪੰਜਾਬ ਦੇ ਨਾਲ ਜੁੜੇ ਤੇ ਉਸ ਦੇ ਉੱਤੇ ਇੱਕ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ
ਸੰਭਾਵਨਾਵਾਂ ਜੋ ਅਕਾਲੀ ਦਲ ਤੇ ਬੀਜੇਪੀ ਦੇ ਵਿਚਾਲੇ ਗੱਠਜੋੜ ਦੀਆਂ ਨੇ ਉਸ ਦੇ ਉੱਤੇ ਵੱਡਾ ਬਿਆਨ ਦਿੱਤਾ ਤੇ ਕਿਹਾ ਹੈ ਕਿ ਭਾਈਚਾਰੇ ਨੂੰ ਸੱਟ ਮਾਰਨ ਵਾਲਿਆਂ ਦੇ ਨਾਲ ਅਸੀਂ ਕਦੇ ਨਹੀਂ ਜਾਵਾਂਗੇ। ਇਹ ਇਕਬਾਲ ਸਿੰਘ ਲਾਲਪੁਰਾ ਦੀ ਸਟੇਟਮੈਂਟ ਹੈ, ਵੱਡੀ ਸਟੇਟਮੈਂਟ ਹੈ ਇਕਬਾਲ ਸਿੰਘ ਲਾਲਪੁਰਾ ਦੀ। ਨਿਊਜ਼ 18 ਪੰਜਾਬ ਦੇ ਨਾਲ ਉਹ ਜੁੜੇ ਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕਰ ਦਿੱਤਾ ਗਿਆ। ਜਦੋਂ ਸਵਾਲ ਪੁੱਛਿਆ ਗਿਆ ਕਿ ਬੀਜੇਪੀ ਅਤੇ ਅਕਾਲੀ ਦਲ ਦਾ ਮੁੜ ਤੋਂ ਗੱਠਜੋੜ ਹੋ ਸਕਦਾ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਭਾਈਚਾਰੇ ਨੂੰ ਸੱਟ ਮਾਰਨ ਵਾਲਿਆਂ ਦੇ ਨਾਲ ਨਹੀਂ ਜਾਵਾਂਗੇ, ਸਾਡੀ ਦੋਸਤੀ ਅਮਨ ਪਸੰਦ ਲੋਕਾਂ ਦੇ ਨਾਲ ਹੀ ਹੈ। ਸਾਡੇ ਸਾਥੀ ਢੀਂਡਸਾ ਵੀ ਤਾਂ ਅਕਾਲੀ ਦਲ ਦੇ ਨੇ ਔਰ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਗੱਠਜੋੜ ਦੇ ਵਿੱਚ ਬਾਦਲਾਂ ਨੂੰ 25 ਸਾਲ ਦਿੱਤੇ। ਤੇ ਇਕਬਾਲ ਸਿੰਘ ਲਾਲਪੁਰਾ ਨੇ ਜ਼ਿਕਰ ਇਹ ਵੀ ਕਰ ਦਿੱਤਾ ਕਿ ਮੈਨੂੰ ਪੰਜਾਬ ਬੀਜੇਪੀ ਪ੍ਰਧਾਨ ਬਣਨ ਤੋਂ ਅਕਾਲੀ ਦਲ ਨੇ ਹੀ ਰੋਕਿਆ। ਤਾਂ ਇਹ ਜ਼ਿਕਰ ਕਰਦੇ ਹੋਏ ਨਜ਼ਰ ਆਏ ਕਿ ਜਦੋਂ ਇੱਕ ਵਾਰ ਮੈਨੂੰ ਅਕਾਲੀ ਦਲ ਜਦੋਂ ਪੰਜਾਬ ਬੀਜੇਪੀ ਦਾ ਪ੍ਰਧਾਨ ਬਣਾਇਆ ਜਾ ਰਿਹਾ ਸੀ ਇਕਬਾਲ ਸਿੰਘ ਲਾਲਪੁਰਾ ਨੂੰ, ਤਾਂ ਉਸ ਸਮੇਂ ਅਕਾਲੀ ਦਲ ਦੇ ਵੱਲੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਅਕਾਲੀ ਦਲ ਦਾ ਪ੍ਰਧਾਨ ਵੀ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਹੈ, ਬੀਜੇਪੀ ਦਾ ਵੀ ਹੋਵੇਗਾ ਤਾਂ ਫਿਰ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋਣਾ ਚਾਹੀਦਾ। ਤਾਂ ਇਸ ਕਰਕੇ ਇਕਬਾਲ ਸਿੰਘ ਲਾਲਪੁਰਾ ਉਸ ਸਮੇਂ ਪ੍ਰਧਾਨ ਨਹੀਂ ਬਣ ਸਕੇ, ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ। ਤੇ ਜਦੋਂ ਸਵਾਲ ਸੀ ਕਿ ਆਖਿਰ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਹੋ ਸਕਦਾ ਹੈ ਤਾਂ ਪਹਿਲਾਂ ਉਹਨਾਂ ਦਾ ਜਵਾਬ ਆਇਆ ਕਿ ਅਕਾਲੀ ਦਲ ਵਾਲੇ ਤਾਂ ਸਾਡੇ ਨਾਲ ਨੇ ਆਲਰੇਡੀ। ਢੀਂਡਸਾ ਦਾ ਉਹਨਾਂ ਨੇ ਜ਼ਿਕਰ ਕੀਤਾ, ਮਨਜਿੰਦਰ ਸਿੰਘ ਸਿਰਸਾ ਦਾ ਜ਼ਿਕਰ ਕੀਤਾ। ਤੇ ਜਦੋਂ ਬਾਦਲ ਪਰਿਵਾਰ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਇਕਬਾਲ ਸਿੰਘ ਲਾਲਪੁਰਾ ਦੀ ਸਟੇਟਮੈਂਟ ਸੀ ਕਿ ਜੋ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਕੰਮ ਨਹੀਂ ਕਰਦੇ, ਭਾਈਚਾਰੇ ਨੂੰ ਸੱਟ ਮਾਰਨ ਵਾਲਿਆਂ ਦੇ ਨਾਲ ਅਸੀਂ ਨਹੀਂ ਜਾਵਾਂਗੇ, ਸਾਡੀ ਦੋਸਤੀ ਅਮਨ ਪਸੰਦ ਲੋਕਾਂ ਦੇ ਨਾਲ ਹੀ ਹੈ। ਹੋ ਸਕਦਾ ਹੈ ਦੇਖੋ ਅਕਾਲੀ ਦਲ ਸਾਡੇ ਨਾਲ ਹੈ ਆਲਰੇਡੀ, ਢੀਂਡਸਾ ਸਾਹਿਬ ਸਾਡੇ ਨਾਲ ਹੈ, ਅਸੀਂ ਪਿੱਛੇ ਇਕੱਠਿਆਂ ਨੇ ਇਲੈਕਸ਼ਨ ਲੜੀ ਹੈ, ਸਾਡੇ ਨਾਲ ਅਕਾਲੀ ਦਲ ਤਾਂ ਹੈਗਾ। ਬਾਦਲ ਪਰਿਵਾਰ ਇਸ ਵੇਲੇ ਤੱਕ ਕੋਈ ਇਸ ਤਰ੍ਹਾਂ ਦਾ ਬਾਦਲ ਪਰਿਵਾਰ ਨੂੰ ਅਸੀਂ 25 ਸਾਲ ਦਿੱਤੇ ਆ ਕਿ ਉਹ ਬਹੁਤਾ ਕੁਝ ਲੋਕਾਂ 'ਚ ਲੈ ਕੇ ਜਾ ਨਹੀਂ ਸਕੇ। ਤੇ ਸਮਾਜ ਪੰਜਾਬ ਤਰੱਕੀ ਚਾਹੁੰਦਾ ਹੈ, ਪੰਜਾਬ ਖੁਸ਼ਹਾਲੀ ਚਾਹੁੰਦਾ ਹੈ, ਪੰਜਾਬ ਅਮਨ ਚਾਹੁੰਦਾ ਹੈ, ਪੰਜਾਬ ਆਪਸੀ ਭਾਈਚਾਰਾ ਚਾਹੁੰਦਾ ਹੈ। ਤੇ ਜਿਹੜਾ ਇਹਨੂੰ ਸੱਟ ਮਾਰਦਾ ਜਾਂ ਇਸ ਪਾਸੇ ਯਤਨ ਕਰਦਾ, ਅਸੀਂ ਉਹਦੇ ਤੇ ਇੱਕ ਪੈਰ ਪਿੱਛੇ ਹੀ ਰੱਖਦੇ ਹਾਂ। ਤੇ ਸਾਡੀ ਦੋਸਤੀ ਤਾਂ ਅਮਨ ਪਸੰਦ ਲੋਕਾਂ ਨਾਲ ਹੋ ਸਕਦੀ ਹੈ ਜਿਹੜੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਨੇ ਅਮਨ ਵਾਲੇ ਪਾਸੇ ਕਦਮ ਨਹੀਂ ਵਧਾਇਆ। ਹਮ ਸਭਨਾ ਕੇ ਸਾਜਨ ਦੇਖੋ ਗੱਲਾਂ ਨੇ ਜਿਹੜੀਆਂ ਸਭ ਦੇ ਸਪਸ਼ਟ ਸਾਹਮਣੇ ਆ। ਮੈਂ ਇੱਕ ਸਿੱਖ ਹਾਂ, ਅੰਮ੍ਰਿਤਧਾਰੀ ਹਾਂ, ਮੇਰੇ ਮਨ ਨੂੰ ਦੁੱਖ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਮੇਰੇ ਮਨ ਨੂੰ ਦੁੱਖ ਹੈ ਕਿ ਇੱਕ ਆਰਾਮ ਸਿੱਖ ਵਿਚਾਰੇ ਐਜੀਟੇਸ਼ਨ ਕਰ ਰਹੇ, ਪੀਸਫੁਲ, ਉਹਨਾਂ ਤੇ ਗੋਲੀ ਚਲਾਤੀ ਗਈ। ਮੇਰੇ ਮਨ 'ਚ ਦੁੱਖ ਹੈ, ਅਸੀਂ ਸਾਰਾ ਕੁਝ ਜਾਣਦੇ ਹਾਂ, ਕੋਈ ਕਿਸੇ ਦੇ ਖਿਲਾਫ ਐਵੀਡੈਂਸ ਨਹੀਂ, ਕਿ ਐਸੇ ਲੋਕਾਂ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਜਿਨ੍ਹਾਂ ਨੇ ਸਿਨਾਮਾ ਬਣਾ ਕੇ ਤੇ ਉੱਥੇ ਸਿੱਖਾਂ ਦਾ ਘਾਣ ਕੀਤਾ ਸੀ, ਬੇਗੁਨਾਹ ਲੋਕਾਂ ਨੂੰ ਮਾਰਿਆ ਸੀ। ਤਾਂ ਅਕਾਲੀ ਦਲ ਦੇ ਉੱਤੇ ਖਾਸ ਤੌਰ ਤੇ ਬਾਦਲ ਪਰਿਵਾਰ ਦੇ ਉੱਤੇ ਵਰਦੇ ਹੋਏ ਇਕਬਾਲ ਸਿੰਘ ਲਾਲਪੁਰਾ ਨਜ਼ਰ ਆਏ ਨੇ। ਇਹ ਪੂਰੀ ਇੰਟਰਵਿਊ ਰਾਤ 8 ਵਜੇ ਨਿਊਜ਼ 18 ਪੰਜਾਬ ਦੇ ਉੱਤੇ ਐਕਸਕਲੂਸਿਵ ਤੁਸੀਂ ਸੁਣ ਸਕਦੇ ਹੋ। ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਵੀ ਸਵਾਲ ਹੋਏ ਨੇ ਬਾਦਲ ਪਰਿਵਾਰ ਨੂੰ ਲੈ ਕੇ ਜਾਂ ਫਿਰ ਅਕਾਲੀ ਦਲ ਦੇ ਨਾਲ ਗੱਠਜੋੜ ਨੂੰ ਲੈ ਕੇ ਔਰ ਜ਼ਬਰੀ ਧਰਮ ਪਰਿਵਰਤਨ ਨੂੰ ਲੈ ਕੇ। ਇੱਕ ਸਵਾਲ ਦੇ ਜਵਾਬ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਬੀਜੇਪੀ ਦਾ ਪ੍ਰਧਾਨ ਜਦੋਂ ਉਹਨਾਂ ਨੂੰ ਬਣਾਉਣ ਲੱਗੇ ਸੀ ਉਹ ਦਾਅਵਾ ਕਰਦੇ ਨਜ਼ਰ ਆਏ ਨੇ ਕਿ ਉਹ ਪ੍ਰਧਾਨ ਪੰਜਾਬ ਬੀਜੇਪੀ ਦੇ ਨਹੀਂ ਬਣ ਸਕੇ। ਉਹ ਬਿਆਨ ਵੀ ਸੁਣੋ। ਨਹੀਂ, ਇਹ ਇਲਜ਼ਾਮ ਲੱਗ ਰਹੇ ਨੇ ਕਿ ਅੱਗੇ ਐਸਜੀਪੀਸੀ ਦੀਆਂ ਆਮ ਚੋਣਾਂ ਹੋਣਗੀਆਂ, ਉਸ ਦੇ ਲਈ ਬੀਬੀ ਜਗੀਰ ਕੌਰ ਨੂੰ ਇੱਕ ਤਰੀਕੇ ਨਾਲ ਬੈਕ ਕਰਕੇ ਬੀਜੇਪੀ ਆਰਐਸਐਸ ਐਂਟਰੀ ਕਰਨਾ ਚਾਹੁੰਦੀ ਹੈ, ਜੋ ਅਕਾਲੀ ਦਲ ਇਲਜ਼ਾਮ ਲਗਾਉਂਦਾ ਰਿਹਾ। ਅਸੀਂ ਤਾਂ ਹਮੇਸ਼ਾ ਅਕਾਲੀ ਦਲ ਦੇ ਨਾਲ ਭਾਈਵਾਲ ਰਹੇ ਹਾਂ ਪਿਛਲੇ 25 ਸਾਲ ਦੇ ਜੀ। ਇੰਨੀ ਗੱਲ ਵੀ ਇਹਨਾਂ ਦੀ ਮੰਨੀ ਹੈ ਕਿ ਸਿੱਖਾਂ ਦਾ ਜਿਹੜਾ ਸਹਿਜਧਾਰੀ ਸਿੱਖਾਂ ਦਾ VOTING ਰਾਈਟ ਖੋਲਿਆ ਜਾਵੇ। ਇਹ ਵੀ ਵਾਜਪਾਈ ਸਾਹਿਬ ਨੇ, ਮੋਦੀ ਸਾਹਿਬ ਨੇ, ਜੋ ਵੀ ਸਿੱਖਾਂ ਦੇ ਕੰਮ ਹੋਏ ਅਸੀਂ ਕਰਦੇ ਰਹੇ ਹਾਂ ਔਰ ਹਮੇਸ਼ਾ ਹੀ ਇਹਨਾਂ ਨੂੰ ਅੱਗੇ ਰੱਖਿਆ। ਇਹ ਮੈਂ ਸਮਝਦਾ, ਮੈਨੂੰ ਪਤਾ ਹੈ ਕਿ ਜਦੋਂ ਮੈਨੂੰ ਬੀਜੇਪੀ ਦਾ ਪ੍ਰੈਜ਼ੀਡੈਂਟ ਬਣਾਉਣ ਲੱਗੇ ਸੀ ਤੇ ਅਕਾਲੀ ਲੀਡਰਸ਼ਿਪ ਨੇ ਆਖਿਆ ਸੀ ਕਿ ਜੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਵੀ ਸਿੱਖ ਹੋਏਗਾ ਤੇ ਅਸੀਂ ਸਾਡੇ ਨਾਲ ਤੁਹਾਡਾ ਰਹਿਣਾ ਮੁਸ਼ਕਲ ਹੋ ਜਾਏਗਾ। ਸੋ ਮੈਨੂੰ ਮੇਰੇ ਤੇ ਮਿਹਰਬਾਨੀ ਕੀਤੀ ਹੈ ਗੁਰੂ ਪਾਤਸ਼ਾਹ ਨੇ, ਅਕਾਲ ਪੁਰਖ ਵਾਹਿਗੁਰੂ ਨੇ, ਕਿ ਮੈਨੂੰ ਇੱਕ ਅੱਛੀ ਜ਼ਿੰਮੇਵਾਰ ਜਗ੍ਹਾ ਤੇ ਬਿਠਾਇਆ ਜਿੱਥੇ ਮੈਂ ਪੰਥ ਦੀ ਤੇ ਸਮਾਜ ਦੀ ਸੇਵਾ ਕਰ ਸਕਾਂ। ਤੇ ਕਿਤੇ ਇਹਨਾਂ ਨੂੰ ਇਸੇ ਗੱਲ ਦਾ ਡਰ ਤਾਂ ਨਹੀਂ ਆ ਗਿਆ ਕਿ ਸਾਡਾ ਕੋਈ ਹੋਰ ਵੀ ਸ਼ਰੀਕ ਪੈਦਾ ਹੋ ਗਿਆ। ਅਕਾਲੀ ਦਲ ਦੇ ਨਾਲ ਮੁੜ ਤੋਂ ਗੱਠਜੋੜ ਹੋ ਸਕਦਾ ਹੈ? ਦੇਖੋ ਅਕਾਲੀ ਦਲ ਸਾਡੇ ਨਾਲ ਹੈ ਆਲਰੇਡੀ, ਢੀਂਡਸਾ ਸਾਹਿਬ ਸਾਡੇ ਨਾਲ ਹੈ, ਅਸੀਂ ਪਿੱਛੇ ਇਕੱਠਿਆਂ ਨੇ ਇਲੈਕਸ਼ਨ ਲੜੀ ਹੈ,
ਸਾਡੇ ਨਾਲ ਅਕਾਲੀ ਦਲ ਤਾਂ ਹੈਗਾ। ਬਾਦਲ ਪਰਿਵਾਰ ਇਸ ਵੇਲੇ ਤੱਕ ਕੋਈ ਇਸ ਤਰ੍ਹਾਂ ਦਾ ਬਾਦਲ ਪਰਿਵਾਰ ਨੂੰ ਅਸੀਂ 25 ਸਾਲ ਦਿੱਤੇ ਆ ਕਿ ਉਹ ਬਹੁਤਾ ਕੁਝ ਲੋਕਾਂ 'ਚ ਲੈ ਕੇ ਜਾ ਨਹੀਂ ਸਕੇ। ਤੇ ਸਮਾਜ ਪੰਜਾਬ ਤਰੱਕੀ ਚਾਹੁੰਦਾ, ਪੰਜਾਬ ਖੁਸ਼ਹਾਲੀ ਚਾਹੁੰਦਾ, ਪੰਜਾਬ ਅਮਨ ਚਾਹੁੰਦਾ, ਪੰਜਾਬ ਆਪਸੀ ਭਾਈਚਾਰਾ ਚਾਹੁੰਦਾ। ਤੇ ਜਿਹੜਾ ਇਹਨੂੰ ਸੱਟ ਮਾਰਦਾ ਜਾਂ ਇਸ ਪਾਸੇ ਯਤਨ ਕਰਦਾ, ਅਸੀਂ ਉਹਦੇ ਤੇ ਇੱਕ ਪੈਰ ਪਿੱਛੇ ਹੀ ਰੱਖਦੇ ਹਾਂ। ਤੇ ਸਾਡੀ ਦੋਸਤੀ ਤਾਂ ਅਮਨ ਪਸੰਦ ਲੋਕਾਂ ਨਾਲ ਹੋ ਸਕਦੀ ਹੈ ਜਿਹੜੇ ਮਤਲਬ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਨੇ ਅਮਨ ਵਾਲੇ ਪਾਸੇ ਕਦਮ ਨਹੀਂ ਵਧਾਇਆ। ਹਮ ਸਭਨਾ ਕੇ ਸਾਜਨ ਦੇਖੋ ਗੱਲਾਂ ਨੇ ਜਿਹੜੀਆਂ ਸਭ ਦੇ ਸਪਸ਼ਟ ਸਾਹਮਣੇ ਆ। ਮੈਂ ਇੱਕ ਸਿੱਖ ਹਾਂ, ਅੰਮ੍ਰਿਤਧਾਰੀ ਹਾਂ। ਮੇਰੇ ਮਨ ਨੂੰ ਦੁੱਖ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਮੇਰੇ ਮਨ ਨੂੰ ਦੁੱਖ ਹੈ ਕਿ ਇੱਕ ਆਰਾਮ ਸਿੱਖ ਵਿਚਾਰੇ ਐਜੀਟੇਸ਼ਨ ਕਰ ਰਹੇ, ਪੀਸਫੁਲ, ਉਹਨਾਂ ਤੇ ਗੋਲੀ ਚਲਾਤੀ ਗਈ। ਮੇਰੇ ਮਨ 'ਚ ਦੁੱਖ ਹੈ, ਅਸੀਂ ਸਾਰਾ ਕੁਝ ਜਾਣਦੇ ਹਾਂ, ਕੋਈ ਕਿਸੇ ਦੇ ਖਿਲਾਫ ਐਵੀਡੈਂਸ ਨਹੀਂ, ਕਿ ਐਸੇ ਲੋਕਾਂ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਜਿਨ੍ਹਾਂ ਨੇ ਸਿਨਾਮਾ ਬਣਾ ਕੇ ਤੇ ਉੱਥੇ ਸਿੱਖਾਂ ਦਾ ਘਾਣ ਕੀਤਾ ਸੀ, ਬੇਗੁਨਾਹ ਲੋਕਾਂ ਨੂੰ ਮਾਰਿਆ ਸੀ। ਤੇ ਗੱਲਬਾਤ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਹੋਈ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਜ਼ਬਰੀ ਧਰਮ ਪਰਿਵਰਤਨ ਨੂੰ ਲੈ ਕੇ ਕੀ ਕੁਝ ਉਹਨਾਂ ਦਾ ਕਹਿਣਾ ਹੈ, ਕਿਉਂਕਿ ਉਹਨਾਂ ਨੇ ਚਿੰਤਾ ਜਤਾਈ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਉਸ ਨੂੰ ਲੈ ਕੇ ਵੀ ਉਹਨਾਂ ਨੇ ਚਿੰਤਾ ਜਤਾਈ। ਪੂਰੀ ਗੱਲਬਾਤ ਰਾਤ 8 ਵਜੇ ਪ੍ਰਾਈਮ ਟਾਈਮ ਦੇ ਵਿੱਚ ਨਿਊਜ਼ 18 ਪੰਜਾਬ ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਫਿਲਹਾਲ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਨਿਊਜ਼ 18 ਪੰਜਾਬ ਹਰਿਆਣਾ ਦੇ ਉੱਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।